ਅੱਜ ਕਰੀਬ 13 ਫਰਵਰੀ ਤੋਂ ਲੈ ਕੇ 334 ਦਿਨ ਬੀਤ ਚੁੱਕੇ ਆ, ਜਿਹਦੇ 'ਚ ਵੱਖ-ਵੱਖ ਪੜਾਅ ਔਰ ਵੱਖ-ਵੱਖ ਤਰ੍ਹਾਂ ਦੇ ਜਿਵੇਂ ਘਾਤਕ 13 ਫਰਵਰੀ ਤੋਂ ਸਾਰਾ ਮਿਸ਼ਨ ਚੱਲਿਆ ਔਰ ਜਿਹਦੇ ਵਿੱਚ ਆਖਰੀ ਪੜਾਅ ਇਹ ਆ ਗਿਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 26 ਨਵੰਬਰ ਤੋਂ ਲੈ ਕੇ ਅੱਜ 47 ਦਿਨ ਬੀਤ ਚੁੱਕੇ ਆ, ਮਰਨ ਅਨਸ਼ਨ 'ਤੇ ਬੈਠਿਆ ਹਨ। ਔਰ ਕੱਲ੍ਹ ਸਾਡੇ ਸਾਥੀ ਸੰਯੁਕਤ ਮੋਰਚੇ ਵਾਲੇ ਜਿਹੜੇ ਇੱਥੇ ਪੁੱਜੇ ਔਰ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਜਾਣਨ ਵਾਸਤੇ ਇੱਥੇ ਆਏ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਉਹਦੇ ਨਾਲ ਨਾਲ ਅਸੀਂ ਉਹਨਾਂ ਵੱਲੋਂ ਜਿਹੜਾ ਪੱਤਰ ਆਪਣੇ ਮੋਰਚੇ ਨੂੰ ਪੁੱਜਾ ਦੋਨਾਂ ਫੋਰਮਾਂ ਨੂੰ ਕਿ ਮੀਟਿੰਗ ਦੇ ਸੱਦੇ ਲਈ ਔਰ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮੁਤਾਬਕ ਔਰ ਇੱਥੇ ਜਿਹੜੇ ਸਾਡੇ ਲੀਡਰ ਆ ਮੋਰਚੇ ਦੇ ਵਿੱਚ ਉਹਨਾਂ ਨੂੰ ਵੱਡੇ ਪੱਧਰ 'ਤੇ 24 ਘੰਟੇ ਇੱਥੇ ਜਿਹੜੀ ਹਾਜ਼ਰੀ ਭਰਨੀ ਪੈਂਦੀ ਆ ਅਤੇ ਬਹੁਤ ਹੀ ਘਾਤਕ ਸਮੇਂ ਦੇ ਵਿੱਚ ਦੀ ਆਪਣੇ ਲੀਡਰ ਨਿਕਲ ਰਹੇ ਆ ਔਰ ਉਹ ਮੀਟਿੰਗ ਬਾਹਰ ਜਾ ਕੇ ਬੜੀ ਵੱਡੀ ਸਮਰੱਥਾ ਨਹੀਂ ਕਰ ਸਕੀਏ ਔਰ ਇਹਦੇ 'ਚ ਫੌਰੀ ਸੰਯੁਕਤ ਕਿਸਾਨ ਮੋਰਚੇ ਨੂੰ ਐਮਰਜੈਂਸੀ ਮੀਟਿੰਗ ਵਾਸਤੇ ਕੱਲ੍ਹ ਜਾਂ ਪਰਸੋਂ ਵਾਸਤੇ ਇੱਥੇ ਅਪੀਲ ਕੀਤੀ ਆ ਕਿ ਤੁਸੀਂ ਇੱਥੇ ਪੁੱਜੇ ਜੇ ਹਾਲ ਚਾਲ ਪੁੱਛਣ ਵਾਸਤੇ ਔਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਉਹਦੇ ਨਾਲ ਨਾਲ ਕਿ ਜਿਹੜੀ ਆਪਣੇ ਵੱਲੋਂ ਪੱਤਰ ਜਾਣਾ ਵਾ ਉਹ ਸਰਦਾਰ ਸੁਖਜੀਤ ਸਿੰਘ ਹਰਦੋ ਝੰਡੇ ਤੁਹਾਡੇ ਸਾਹਮਣੇ ਰੂਬਰੂ ਕਰ ਦੇਣਗੇ ਔਰ ਉਹਨਾਂ ਤੱਕ ਇਹ ਪਹੁੰਚਦਾ ਪੱਤਰ ਕਰਨਾ, ਕਿਉਂਕਿ ਸਮੇਂ ਦੀ ਨਜ਼ਾਕਤ ਵੇਖ ਕੇ ਔਰ ਇੱਥੇ ਮੀਟਿੰਗ ਰੱਖੀ ਜਾਵੇ ਤਾਂ ਬਹੁਤ ਠੀਕ ਰਹੂਗਾ, ਕਿਉਂਕਿ ਬਾਹਰ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਅਸੀਂ ਨਹੀਂ ਜਾ ਸਕਦੇ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਅਪੀਲ ਆ ਕਿ ਅੱਗੇ ਵਧਣ ਵਾਸਤੇ ਜਾਂ ਹੋਰ ਇਹ ਜੋ ਚਿੱਠੀ ਦੇ ਵਿੱਚ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾ ਦੇਣੀ ਆ ਔਰ ਉਹਦੇ 'ਤੇ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਕੱਲ੍ਹ ਜਾਂ ਪਰਸੋਂ ਖਨੌਰੀ ਵਿੱਚ ਹੀ ਕੀਤੀ ਜਾਵੇ, ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਬਹੁਤ ਨਾਜ਼ੁਕ ਆ ਔਰ ਸਾਡੇ ਸਾਥੀ ਜਿਹੜੇ ਆ ਇਹਨਾਂ ਦੀ ਬਾਹਰ ਜਾਣ ਦੀ ਸਮਰੱਥਾ ਨਹੀਂ। ਧੰਨਵਾਦ ਜੀ। ਪੱਤਰਕਾਰ ਦੋਸਤੋ, ਇਹ ਜੋ ਲੈਟਰ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨੌਨ ਪੋਲੀਟੀਕਲ ਵੱਲੋਂ ਜਿਹੜਾ ਵਾ ਐਸਕੇਐਮ ਨੂੰ ਲਿਖਿਆ ਗਿਆ ਵਾ, ਉਹਦਾ ਵਿਸ਼ਾ ਇਹੀ ਆ ਕਿ ਕਿਸਾਨ ਮੋਰਚੇ ਵੱਲੋਂ ਐਸਕੇਐਮ ਰਾਜਨੀਤਿਕ ਅਤੇ ਕੇਐਮਐਮ ਨੂੰ 15 ਜਨਵਰੀ 2025 ਨੂੰ ਪਟਿਆਲਾ ਵਿਖੇ ਸੱਦੀ ਗਈ ਮੀਟਿੰਗ ਦੇ ਸਬੰਧ ਵਿੱਚ ਲਿਖੀ ਗਈ ਚਿੱਠੀ ਬਾਬਤ ਸਤਿਕਾਰਯੋਗ ਆਗੂ ਸਾਹਿਬਾਨ ਜੀਓ, ਤੁਸੀਂ ਕੱਲ੍ਹ ਖਨੌਰੀ ਕਿਸਾਨ ਮੋਰਚੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਜਾਣਨ ਅਤੇ ਸ਼ੰਭੂ ਮੋਰਚੇ ਦੇ ਹਾਲਾਤਾਂ ਨੂੰ ਜਾਣਨ ਲਈ ਆਏ ਸੀ। ਦੋਨਾਂ ਫੋਰਮਾਂ ਵੱਲੋਂ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਮੇਤ 13 ਮੰਗਾਂ ਤੇ ਪਿਛਲੇ 334 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਸਹਿਯੋਗੀ ਹੋਵੋਗੇ। ਪਿਛਲੇ 47 ਦਿਨ ਤੋਂ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ੍ਹ ਜਾਂ ਪਰਸੋਂ ਖਨੌਰੀ ਮੋਰਚੇ ਵਿਖੇ ਆਪਸੀ ਮੀਟਿੰਗ ਕੀਤੀ ਜਾਵੇ, ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਪਲ ਪਲ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਮੋਰਚਾ ਛੱਡ ਕੇ ਕਿਤੇ ਬਾਹਰ ਜਾਣ ਦੀ ਸਥਿਤੀ ਵਿੱਚ ਨਹੀਂ ਹਾਂ। ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਸਵੀਕਾਰ ਕਰੋਗੇ। ਧੰਨਵਾਦ ਸਹਿਤ ਸੰਯੁਕਤ ਕਿਸਾਨ ਮੋਰਚਾ 11 ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ। ਇਹ ਜੋ ਚਿੱਠੀ ਆ, ਅਸੀਂ ਬਿਲਕੁਲ ਧੰਨਵਾਦੀ ਹਾਂ ਸਾਡੇ ਵੀਰਾਂ ਦੇ ਕਿ ਉਹ ਇੱਥੇ ਪਹੁੰਚੇ, ਆਪਣਾ ਸਹਿਯੋਗ ਦੇਣ ਦੀ ਉਹਨਾਂ ਸਾਡੇ ਨਾਲ ਗੱਲਬਾਤ ਕੀਤੀ। ਚਿੱਠੀ ਸਾਨੂੰ ਆਈ, ਇਹ ਮੀਟਿੰਗ ਦੀ ਚਿੱਠੀ ਉਹਨਾਂ ਵੱਲੋਂ ਆਈ ਸੀ, ਲੇਕਿਨ ਮੌਕੇ ਦੀ ਨਜ਼ਾਕਤ ਜਿਹੜੀ ਆ ਉਹ ਜ਼ਿਆਦਾ ਸਥਿਤੀ ਗੰਭੀਰ ਹੋਣ ਕਰਕੇ ਅੱਜ ਵੀ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਇਆ ਮੈਂ। ਸਥਿਤੀ ਜਿਹੜੀ ਆ ਦਿਨ ਬ ਦਿਨ ਜਿਹੜੀ ਆ ਪਲ ਪਲ ਵਿਗੜਦੀ ਜਾ ਰਹੀ ਆ, ਸੋ ਸਾਡੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੇ। ਔਰ ਜਿਹੜਾ ਇੱਕ ਸੁਖਾਵਾਂ ਮਾਹੌਲ ਸਾਜ਼ਗਾਰ ਮਾਹੌਲ ਬਣਿਆ ਕੱਲ੍ਹ ਤੋਂ, ਜੋ 9 ਤਰੀਕ ਨੂੰ ਉਹਨਾਂ ਨੇ ਐਲਾਨ ਕੀਤੇ ਆ ਮੋਗਾ ਰੈਲੀ ਵਿੱਚ, ਉਸ ਤੋਂ ਬਾਅਦ ਕੱਲ੍ਹ ਇੱਥੇ ਪਹੁੰਚੇ 10 ਨੂੰ, ਜੋ ਵਧੀਆ ਮਾਹੌਲ ਜਿਹੜਾ ਵਾ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਬਣਾਇਆ ਗਿਆ ਅਤੇ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋਈਆਂ ਨੇ, ਉਹਦਾ ਜਿਹੜਾ ਵਾ ਕੇਂਦਰ ਸਰਕਾਰ ਨੂੰ ਜ਼ਰੂਰ ਜਿਹੜਾ ਵਾ ਹੁਣ ਇਹ ਗੱਲਬਾਤ ਵਾਸਤੇ ਅੱਗੇ ਆਉਣਾ ਪਊਗਾ। ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਸਾਡੀ ਮੀਟਿੰਗ ਜਲਦ ਤੋਂ ਜਲਦ ਹੋਊਗੀ, ਉਹਦੇ ਜੋ ਵੀ ਜਿਹੜੇ ਮਤੇ ਪਾਸ ਹੋਣਗੇ ਜਾਂ ਜੋ ਜਿਸ ਤਰ੍ਹਾਂ ਤਾਲਮੇਲ ਨਾਲ ਪ੍ਰੋਗਰਾਮ ਜੋ ਵੀ ਅਸੀਂ ਕਰਨਾ ਚਾਹਾਂਗੇ ਫੋਰਮ ਜਿਹੜੇ ਮਿਲ ਕੇ,
ਔਰ ਉਹ ਕੀਤੇ ਜਾਣਗੇ ਔਰ ਤੁਹਾਨੂੰ ਜਿਹੜਾ ਸਮੇਂ-ਸਮੇਂ ਤੇ ਉਹਦੀ ਜਾਣਕਾਰੀ ਜਿਹੜੀ ਆ ਮੁਹੱਈਆ ਕਰਵਾਈ ਜਾਊਗੀ। यह चिट्ठी दोनों फोरमों की ओर से लिखी गई है। अभी हमारी सुबह इंद्रजीत सिंह कोटबुडा की अध्यक्षता में एसकेएम नॉन पॉलिटिकल की मीटिंग हुई थी, फिर दोनों फोरमों से चर्चा हुई। चर्चा के बाद चिट्ठी लिखी गई है। इस चिट्ठी को हमारे मानयोग जो साथी कल आए थे, उन साथियों को सरदार बलबीर सिंह राजेवाल जी और पूरे जो कमेटी आई थी उन सबको ये चिट्ठी व्हाट्सएप के माध्यम से सोशल प्लेटफॉर्म के माध्यम से भेज दी जाएगी और आपको ये चिट्ठी जो है जनतक कर दी गई है। इस चिट्ठी में जो साथी हमारे सरदार जगजीत सिंह डल्लेवाल जी का हाल चाल जानने के लिए खनौरी मोर्चे पर आए और शंभू मोर्चे के हालातों को जानने के लिए आए, दोनों मोर्चों पर आए। उन्होंने 15 तारीख की जो हमें चिट्ठी दिखी थी पटियाला में मीटिंग के बाबत, उसकी जो हमने सरदार जगजीत सिंह डल्लेवाल जी के हालातों को देखते हुए, इस मौजूदा खनौरी मोर्चे पर हालातों को देखते हुए, उनके स्वास्थ्य को डल्लेवाल जी को देखते हुए, उन भाइयों से हमारे जो सहयोगी हैं, दूसरे एसकेएम वाले हैं, साथी हैं, उनको यह अपील की है, प्रार्थना की है भी कल या परसों में ये मीटिंग खनौरी मोर्चे पर कर ली जाए ताकि हमारी जो हालात हैं आज जगजीत सिंह डल्लेवाल जी की स्वास्थ्य को लेकर भी हम खनौरी मोर्चा छोड़ के बाहर जाने में असमर्थ हैं। तो ये हम उम्मीद करते हैं भी वो साथी जो हमारे एसकेएम नॉन पॉलिटिकल हमारे सीनियर साथी आए थे, इस हमारी प्रार्थना को स्वीकार करते हुए जल्द कल या परसों में हमारे साथ मीटिंग में शामिल होंगे। मेरे से पहले हमारे सभी सम्मानित साथियों ने लगभग तमाम मुद्दा आपको बता दिया है। जो चिट्ठी हमने एज इट इज़ लिखी है वो चिट्ठी आपको सुखजीत सिंह हरदो झंडे जी ने वो चिट्ठी आपको दिखा दी, जो एसकेएम नॉन पॉलिटिकल और केएमएम की तरफ से लिखी गई है। उसका जो संक्षेप में जो सार है वर्ड टू वर्ड का, वो हिंदी का भी हम आपको बता देते हैं। संयुक्त किसान मोर्चा को वो चिट्ठी लिखी गई है एसकेएम नॉन पॉलिटिकल और केएमएम की तरफ से। माननीय आप सभी सम्मानित साथी कल किसान नेता जगजीत सिंह डल्लेवाल जी का हालचाल जानने के लिए खनौरी मोर्चे पर आए। हम दोनों मोर्चों की तरफ से आप सबका तहे दिल से धन्यवाद करते हैं। हम उम्मीद करते हैं कि आप जल्द से जल्द एमएसपी गारंटी कानून समेत 13 मांगों पर जो हमारा आंदोलन चल रहा है, इन तमाम मांगों को जो अलग अलग समय पे सरकारों ने वायदे भी किए हैं, उनको लागू कराने में सहयोग करेंगे। पिछले 47 दिनों से आमरण अनशन कर रहे किसान नेता जगजीत सिंह डल्लेवाल जी की नाजुक हालत को देखते हुए हमारा आपसे विनम्र निवेदन है कि आपसी मीटिंग को कल या परसों खनौरी मोर्चे पर कर लिया जाए, क्योंकि जगजीत सिंह डल्लेवाल जी के स्वास्थ्य के मद्देनजर एक एक पल बड़ा कीमती है और हम मोर्चा छोड़कर कहीं बाहर जाने की स्थिति में नहीं है। हमें पूर्ण उम्मीद है कि आप हमारे इस विनम्रता पूर्वक वाले निवेदन को स्वीकार करेंगे। सह धन्यवाद संयुक्त किसान मोर्चा गैर राजनीतिक और किसान मजदूर मोर्चा। इसके अलावा साथियों, जो परसों मेडिकल टेस्ट किए गए थे, उन मेडिकल टेस्ट की रिपोर्ट कल आई। उसके बारे में भी जो रिजल्ट आया है वो बड़े चिंताजनक हैं। जिस तरीके से, बाकी डिटेल में तो हमारे डॉक्टर साहब हैं, कल वो इस पे पूरा अपना एनालिसिस करके पेश करेंगे। जो मेन तौर पे जो चीज़ है, यूरिक एसिड है, वो बहुत ही ज़्यादा बढ़ा हुआ है। जो नॉर्मल इंसान का 3.50 से लेके 7.20 तक होना चाहिए, वो 11.64 से भी ज़्यादा है। इसके अलावा जो और टेक्निकल टर्म्स हैं, मेडिकल टर्म्स हैं, उसके अनुसार जीजीटीपी है, वो भी उनका काफ़ी ज़्यादा बढ़ा हुआ है। बिलिरुबिन टोटल है, वो भी काफ़ी ज़्यादा उनका बढ़ा हुआ है। टोटल प्रोटीन है, वो जो एक इंसान के अंदर होना चाहिए उससे काफ़ी ज़्यादा कम है। इसके अलावा जो कीटोन बॉडी टेस्ट है, जो ये शो करता है कि कोई इंसान कितने दिनों से भूखमरी का शिकार है, कितने दिनों से वो स्टारवेशन का शिकार है, वो जो रिजल्ट आया है वो भी काफ़ी ज़्यादा आया है। कीटोन बॉडी जो एक नॉर्मल इंसान के अंदर 0.02 से लेकर 0.27 होना चाहिए, वो सरदार जगजीत सिंह डल्लेवाल जी के अंदर 6.53 से भी ज़्यादा है। यानी जो नॉर्मल होना चाहिए उससे कम से कम 25 या 30 गुना से भी वो ज़्यादा आ रहा है, जो बहुत ही ज़्यादा चिंताजनक है। इसके अलावा जो सोडियम, पोटाशियम और जो क्लोराइड है, उनकी मात्रा भी काफ़ी ज़्यादा घटी हुई है। तो साथियों, इस मेडिकल रिपोर्ट को हम सारी को आपसे भी साझा कर देंगे और हमारे जो डॉक्टर साहिबान हैं वो कल विस्तृत से इस रिपोर्ट पे, मेडिकल रिपोर्ट पे अपनी सारी बातें रखेंगे।
इसके अलावा हम आपसे ये भी बताना चाह रहे हैं कि आज तेलंगाना के खम्मन में किसानों ने बड़ी संख्या में इकट्ठे होकर सरदार जगजीत सिंह डल्लेवाल जी के फोटो बैनर लगा के आज धरना प्रदर्शन किया है और पूरे उन्होंने 12 घंटे का ये सांकेतिक धरना प्रदर्शन है जो उनका चल भी रहा है और सांकेतिक भूख हड़ताल उन्होंने करी है। यानी सरदार जगजीत सिंह डल्लेवाल जी का जो अपने शरीर के ऊपर जो कष्ट झेल रहे हैं, जो संघर्ष हो रहा है दोनों मोर्चों के नेतृत्व में हजारों लाखों किसानों द्वारा, वो देश के कोने कोने तक पहुंच रहा है और ये लड़ाई दिन प्रतिदिन लगातार मजबूत होती जा रही है। आने वाले कल को यानी 12 तारीख को भी हरियाणा के हिसार जिले से किसानों का एक बड़ा जत्था जगजीत सिंह डल्लेवाल जी के समर्थन में खनौरी बॉर्डर पे आएगा। हिसार जिले के सारे किसान सुबह 10 बजे खेड़ी चौपटा में जो एक नर्सिंग कॉलेज है, भागमल नर्सिंग कॉलेज, उसके सामने इकट्ठे होंगे और वहां से गाड़ियों का बड़ा जत्था डल्लेवाल साहब के पोस्टर लगा के, स्टिकर लगा के वो खनौरी मोर्चे पे आएगा। इसी तरीके से आने वाले दिनों में भी हरियाणा के अलग अलग जिलों से किसानों के जत्थे यहाँ पे पहुंचते रहेंगे। बहुत बहुत धन्यवाद। मनु जी, ये चिट्ठी लिखी गई है, 2 फॉर्मां ਵੱਲੋਂ ਤੁਹਾਡੇ ਵੱਲੋਂ ਲਿਖੀ ਗਈ ਹੈ। किसान मजदूर मोर्चा ਦੇ ਬਹੁਤ ਸਾਰੇ ਆਗੂ ਜਿਵੇਂ ਸਰਵਨ ਸਿੰਘ ਪੰਧੇਰ ਨੇ, ਤੇਜਵੀਰ ਨੇ, ਹੋਰ ਬਹੁਤ ਸਾਰੇ ਆਗੂ ਨੇ, ਉਹ ਤਾਂ ਇਸ ਮੋਰਚੇ ਤੋਂ ਦੂਰ ਸ਼ੰਭੂ ਹੀ ਰਹਿੰਦੇ ਨੇ। ਉਧਰੋਂ ਉਹ ਕਾਫੀ ਆਗੂ, ਉਧਰੋਂ ਤੁਹਾਡੇ ਕੋਈ 1-2 ਆਗੂ ਤੇ ਜਾ ਨਹੀਂ ਸਕਦੇ ਕਿ 5-6 ਆਗੂ ਜਾ ਕੇ ਉੱਥੇ ਬੈਠਕ ਕਰ ਲੈਣ ਪਟਿਆਲਾ ਦੇ ਵਿੱਚ? ਦੇਖੋ, ਬੈਠਕ ਕਰਨ ਦੇ ਵਿੱਚ ਕੋਈ ਮਨਾਹੀ ਨਹੀਂ ਆ। ਮੇਰੀ ਅੱਜ ਸਵੇਰ ਦੀ ਜਿਹੜੀ ਆ KMM ਦੇ ਆਗੂਆਂ ਨਾਲ ਗੱਲਬਾਤ ਚੱਲ ਰਹੀ ਹੈ ਚਿੱਠੀ ਨੂੰ ਲੈ ਕੇ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਜਿਹੜਾ ਇਹ ਮੀਟਿੰਗ ਸਾਨੂੰ ਬਹੁਤ 15 ਅੱਜ 10 ਆਪਾਂ 11 ਤਰੀਕ ਬੈਠੇ ਆ, 15 ਤਰੀਕ ਬਹੁਤ ਦੂਰ ਆ ਔਰ ਜਿਹੜੀ ਸਥਿਤੀ ਆ ਜਗਜੀਤ ਸਿੰਘ ਡੱਲੇਵਾਲ ਦੀ ਉਹ ਦਿਨ ਬ ਦਿਨ ਜਿਹੜੀ ਆ ਵਿਗੜਦੀ ਜਾ ਰਹੀ ਆ। ਅੱਜ ਮੈਂ ਮਿਲ ਕੇ ਆਇਆ ਵਾਂ, ਜੋ ਅੱਜ ਤੋਂ 4 ਦਿਨ ਪਹਿਲਾਂ ਮਿਲੇ ਸੀ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਡਾਊਨਫਾਲ ਹੋ ਗਿਆ ਵਾ। ਇਸ ਕਰਕੇ ਅਸੀਂ ਚਾਹੁੰਦੇ ਕਿ ਜੋ ਵੀ ਜਿਹੜਾ ਫੈਸਲਾ ਮੀਟਿੰਗ ਵਿੱਚ ਲੈਣਾ ਵਾ ਉਹ 15 ਤੱਕ ਵੇਟ ਨਾ ਕੀਤਾ ਜਾਵੇ, ਉਹਨੂੰ ਜਲਦੀ ਕਰ ਲਿਆ ਜਾਵੇ। ਔਰ ਖਨੌਰੀ ਬਾਰਡਰ 'ਤੇ ਕਿਉਂ ਜ਼ਿਆਦਾ ਇਨਸਿਸਟ ਕਰ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਜਿਹੜੀ ਮੇਨ ਆ ਜਾਂ ਕਮੇਟੀ ਮੈਂਬਰ ਜਿਹੜੇ ਨੇ ਜਿਨ੍ਹਾਂ ਨੇ ਗੱਲਬਾਤ ਕਰਨੀ ਆ ਉਹਨਾਂ ਦਾ ਮੋਰਚੇ ਤੋਂ ਬਾਹਰ ਜਾਣਾ। ਜਿਸ ਤਰ੍ਹਾਂ ਮੈਨੂੰ ਲਾ ਲਓ ਕਿ ਮੈਂ ਸੈਕੰਡ ਨੰਬਰ ਤੇ ਬੈਠਣਾ, ਮੈਂ ਮੋਰਚੇ ਤੋਂ ਬਾਹਰ ਜਾਣ ਦੀ ਹਾਲਾਤ ਵਿੱਚ ਨਹੀਂ ਹੈਗਾ। ਅਗਰ ਆਪਾਂ ਆਗੂ ਭੇਜਾਂਗੇ ਜਦੋਂ ਵੀ ਮੀਟਿੰਗ ਹੋਊਗੀ, ਲੇਕਿਨ ਕੋਸ਼ਿਸ਼ ਸਾਡੀ ਹੈ, ਬੇਨਤੀ ਸਾਡੀ ਉਹਨਾਂ ਨੂੰ ਹੈ, ਕੋਈ ਕੰਪਲਸਰੀ ਨਹੀਂ ਆ ਉਹ ਕੀ ਜਵਾਬ ਦਿੰਦੇ ਨੇ। ਅਸੀਂ ਆਪਣਾ ਰਿਕੁਐਸਟ ਜਿਹੜੀ ਉਹਨਾਂ ਨੂੰ ਪਾਈ ਆ ਕਿ ਮੀਟਿੰਗ ਜਲਦੀ और खनौरी बॉर्डर पे की जाए, व्यवस्था जी आप कर देंगे मीटिंग कर। मैं कमल भाई आपकी बात पे ही मैं एक बात कह रहा हूँ। आपने कहा कि भाई अन्य साथी हैं शंभू बॉर्डर से, वो वहाँ नहीं जा सकते क्या? देखो, कुछ दिन पहले प्रेस का ही एक ये सवाल आया था कि भाई वो साथी चले गए, आप में से नहीं गए। उस समय हमने आपसे निवेदन किया था, जो फैक्ट भी है, कि दोनों फोरमों की बातचीत होके ही वो गए थे। इस तरह की कोई स्थिति दोबारा उत्पन्न ना हो, इसलिए हमारे साथियों से सत्कार सहित निवेदन किया गया है और ये चिट्ठी प्रॉपर चैनल के माध्यम से हम साथियों को भी भेज देंगे। ये हमारा निवेदन है और इसमें एक पॉजिटिव दिशा में ही सारी चीजें चलने का प्रयास किया गया है। देखो, मुद्दा क्या है, मेन महत्वपूर्ण मुद्दा ये है कि आपसी विचार चर्चा, आपसी तालमेल, एकजुटता, वो महत्वपूर्ण मुद्दा है। हमने साथियों को अपना संदेश भेजा है। आज साथी हमारा जिस तरीके से जवाब देंगे, सौहार्दपूर्ण माहौल में उस चीज को एकजुटता की तरफ आगे बढ़ा जाएगा। जेकर वो नहीं मानते खनौरी मीटिंग करने लेके फिर पटियाले जाओगे या फिर नहीं होगी? हाँ, नहीं, मीटिंग पक्का होगी। अगर वो मान लो उनकी कोई मजबूरी आ, कोई ये जिद है नहीं कि नहीं मनना, कोई उनकी मजबूरी हुई, कोई आगू किसी ने दूसरी स्टेट तो आना होया ਜਾਂ ਕੋਈ ਇਹੋ ਜਿਹੀ ਗੱਲਬਾਤ ਹੋਈ ਤਾਂ ਦੋਨੋਂ ਫੋਰਮ ਜਿਹੜੇ ਆ ਸਲਾਹ ਕਰਕੇ ਇੱਕ ਡੈਲੀਗੇਸ਼ਨ ਜਿਹੜਾ ਵਾ ਦੋਨਾਂ ਫੋਰਮਾਂ ਦਾ, ਉਹਦੇ ਸਾਡੇ ਵੀ ਜਿਹੜੇ ਆਗੂ ਇੱਥੋਂ ਦੇ ਵੀ ਹੋਣਗੇ, ਖਨੌਰੀ ਬਾਰਡਰ ਦੇ ਵੀ ਔਰ ਸ਼ੰਭੂ ਬਾਰਡਰ ਤੋਂ ਵੀ KM ਦੇ ਵੀ ਹੋਣਗੇ, ਉਹ ਅਸੀਂ ਜ਼ਰੂਰ ਉੱਥੇ ਜਿਹੜੇ ਆ ਭੇਜਾਂਗੇ। ਇਹੋ ਜਿਹੀ ਗੱਲ ਨਹੀਂ ਆ। ਜਿਹੜਾ ਮਾਹੌਲ ਬਣ ਰਿਹਾ ਏਕਤਾ ਵਾਲਾ, ਉਹਨੂੰ ਜਿਹੜਾ ਬਿਲਕੁਲ ਦਰਕਿਨਾਰ ਨਹੀਂ ਕੀਤਾ ਜਾਊਗਾ।